रख के उम्मीदा मैं आया, रख के उम्मीदा मैं आया, मेरे खुदाया दे तू सहारा, मेरे खुदाया दे तू सहारा। रख के उम्मीदा मैं आया, रख के उम्मीदा मैं आया, मेरे खुदाया दे तू सहारा, मेरे खुदाया दे तू सहारा। जिस्म जान विच जोने गुनाह, तू है दयालु कर दे क्षमा। रूह जिस्म जान विच जोने गुनाह, तू है दयालु कर दे क्षमा। अपनी कृपा दा रख साया, अपनी कृपा दा रख साया, मेरे खुदाया दे तू सहारा, मेरे खुदाया दे तू सहारा। रख के उम्मीदा मैं आया, रख के उम्मीदा मैं आया, मेरे खुदाया दे तू सहारा, मेरे खुदाया दे तू सहारा। बाप ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਪਿਆਰੇ ਭੈਣੋ ਤੇ ਭਰਾਓ, ਅੱਜ ਅਸੀਂ ਪਾਕਮਾ ਕਲੀਸਿਆ ਨਾਲ ਮਿਲ ਕੇ 9ਵੀਂ ਸਦੀ ਦੇ ਦੋ ਮਹਾਨ ਸੰਤਾਂ ਦੀ ਈਦ ਮਨਾ ਰਹੇ ਹਾਂ। ਸੰਤ ਸਿਰਲ ਜੋ ਇੱਕ ਪ੍ਰੋਹਿਤ ਸੀ ਅਤੇ ਸੰਤ ਮੈਥੋਡੀਅਸ ਜੋ ਇੱਕ ਬਿਸ਼ਪ ਸੀ। ਇਹ ਦੋਵੇਂ ਭਰਾ ਸਨ ਅਤੇ ਯੂਨਾਨ ਦੇਸ਼ ਦੇ ਥੈਸਲੋਨਿਕਾ ਨਗਰ ਤੋਂ ਸਨ। ਇਹਨਾਂ ਨੇ ਵੱਖ-ਵੱਖ ਭਾਸ਼ਾਵਾਂ ਦਾ ਅਧਿਐਨ ਕੀਤਾ। ਖਾਸ ਤੌਰ ਤੇ ਇਹਨਾਂ ਨੇ ਕਲੀਸਿਆ ਦੀਆਂ ਪੂਜਾ ਵਿਧੀਆਂ ਨੂੰ ਸਥਾਨਕ ਭਾਸ਼ਾਵਾਂ ਵਿੱਚ ਅਨੁਵਾਦ ਕਰਕੇ, ਉਹਨਾਂ ਦਾ ਤਰਜਮਾ ਕਰਕੇ ਸਥਾਨਕ ਲੋਕਾਂ ਦੇ ਲਈ ਇਹਨਾਂ ਰੀਤਾਂ ਨੂੰ ਮੁਹੱਈਆ ਕਰਵਾਇਆ। ਜਿਵੇਂ ਕਿ ਪਾਕਮਾਤ ਦੀ ਕੁਰਬਾਨੀ ਹੈ, ਉਸ ਸਮੇਂ ਦੇ ਉੱਥੋਂ ਦੇ ਸਥਾਨਕ ਲੋਕਾਂ ਦੇ ਲਈ ਪਾਕਮਾਸ ਦੀ ਕੁਰਬਾਨੀ ਵਿੱਚ ਉਹਨਾਂ ਦੀ ਹੀ ਭਾਸ਼ਾ ਦੇ ਵਿੱਚ ਪਾਕਮਾਤ ਦੀ ਕੁਰਬਾਨੀ ਚੜਾਉਣਾ, ਇਹੋ ਜਿਹੇ ਕੰਮਾਂ ਰਾਹੀਂ ਇਹਨਾਂ ਨੇ ਕਲੀਸਿਆਈ ਕੰਮਾਂ ਵਿੱਚ ਅਤੇ ਅੰਜੀਲ ਦੇ ਪ੍ਰਚਾਰ ਵਿੱਚ ਆਪਣਾ ਯੋਗਦਾਨ ਪਾਇਆ। ਆਓ ਅਸੀਂ ਵੀ ਇਸ ਗੱਲ 'ਤੇ ਖਾਸ ਧਿਆਨ ਦਈਏ ਕਿ ਅਸੀਂ ਵੀ ਕਿਸੇ ਨਾ ਕਿਸੇ ਕੰਮ ਦੇ ਜਾਂ ਕਿਸੇ ਨਾ ਕਿਸੇ ਕਾਰਜ ਰਾਹੀਂ ਕਲੀਸਿਆ ਦਾ ਸਹਿਯੋਗ ਦਈਏ। ਹੋ ਸਕਦਾ ਆਪਣੇ ਪੈਰਿਸ਼ ਦੇ ਗਿਰਜੇ ਵਿੱਚ ਲੰਗਰ ਦੀ ਸੇਵਾ ਕਰਨ ਦੇ ਰਾਹੀਂ, ਜਾਂ ਚੰਦਾ ਦੇਣ ਦੇ ਰਾਹੀਂ, ਜਾਂ ਫਿਰ ਸਾਫ ਸਫਾਈ ਕਰਨ ਦੇ ਰਾਹੀਂ, ਜਾਂ ਕਿਸੇ ਨਾਲ ਆਪਣੇ ਈਮਾਨ ਅਤੇ ਜੀਵਨ ਦੀ ਗਵਾਹੀ ਨੂੰ ਸਾਂਝਾ ਕਰਨ ਦੇ ਰਾਹੀਂ, ਕਿਸੇ ਨੂੰ ਪ੍ਰਭੂ ਯਿਸੂ ਮਸੀਹ ਦੇ ਬਾਰੇ ਦੱਸਣ ਦੇ ਰਾਹੀਂ, ਇਹੋ ਜਿਹੇ ਅਨੇਕਾਂ ਕੰਮਾਂ ਰਾਹੀਂ ਅਸੀਂ ਮਿਸ਼ਨ ਕਾਰਜ ਅਤੇ ਕਲੀਸਿਆਈ ਕੰਮਾਂ ਦੇ ਵਿੱਚ ਸਹਿਯੋਗ ਦੇ ਸਕਦੇ ਹਾਂ। ਆਓ ਅਸੀਂ ਅੱਜ ਇਸ ਪਾਕਮਾਤ ਦੀ ਕੁਰਬਾਨੀ ਵਿੱਚ ਖਾਸ ਤੌਰ 'ਤੇ ਉਹਨਾਂ ਸਾਰੇ ਮਿਸ਼ਨਰੀਆਂ ਲਈ ਪ੍ਰਾਰਥਨਾ ਕਰੀਏ ਜਿਨ੍ਹਾਂ ਨੇ ਆਪੋ ਆਪਣੇ ਘਰ ਪਰਿਵਾਰ ਨੂੰ ਛੱਡ ਕੇ ਦੂਜੇ ਦੇਸ਼ਾਂ ਵਿੱਚ ਜਾਂ ਦੂਜੇ ਥਾਵਾਂ ਵਿੱਚ ਜਾ ਕੇ
ਪ੍ਰਭੂ ਦੇ ਵਚਨ ਦਾ ਪ੍ਰਚਾਰ ਕਰਨ ਦਾ ਪ੍ਰਣ ਚੁੱਕਿਆ ਹੋਇਆ ਹੈ। ਆਓ ਅਸੀਂ ਆਪਣੇ ਆਪ ਦੀ ਤਿਆਰੀ ਕਰਦੇ ਹੋਏ ਕੀਤੇ ਸਾਰੇ ਗਲਤੀਆਂ ਗੁਨਾਹਾਂ ਨੂੰ ਪ੍ਰਭੂ ਦੀ ਸਲਤਾਨ ਉੱਤੇ ਚੜਾਈਏ। ਸੱਚੇ ਦਿਲ ਨਾਲ ਪਛਤਾਵਾ ਕਰਦੇ ਹੋਏ ਪ੍ਰਭੂ ਕੋਲ ਮਾਫੀ ਮੰਗੀਏ ਤੇ ਰਲ ਕੇ ਆਖੀਏ, ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਤਾਂ ਸਦਾ ਕੁਆਰੀ ਮਰੀਮ, ਸਾਰਿਆਂ ਫਰਿਸ਼ਤਿਆਂ ਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਤੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ। ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਐ ਪ੍ਰਭੂ, ਤੂੰ ਸਲਾਵਿਕ ਲੋਕਾਂ ਨੂੰ ਦੋਵੇਂ ਭਰਾਵਾਂ ਸੰਤ ਸਿਰਲ ਅਤੇ ਮੈਥੋਡੀਅਸ ਰਾਹੀਂ ਰੋਸ਼ਨ ਕੀਤਾ। ਬਖਸ਼ ਦੇ ਕਿ ਉਹਨਾਂ ਦੀ ਸਿਫਾਰਿਸ਼ ਰਾਹੀਂ ਸਾਡੇ ਦਿਲ ਤੇਰੀ ਸਿੱਖਿਆ ਨੂੰ ਚੰਗੀ ਤਰ੍ਹਾਂ ਸਮਝ ਲੈਣ। ਸਾਨੂੰ ਉਹ ਸੰਪੂਰਨ ਲੋਕ ਬਣਾ ਜੋ ਇੱਕ ਮਨ ਅਤੇ ਇੱਕ ਦਿਲ ਨਾਲ ਰਜ਼ਾਮੰਦ ਅਤੇ ਸੱਚੇ ਈਮਾਨ ਦੇ ਇਕਰਾਰ ਕਰਨ ਵਾਲੇ ਹੋਣ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੱਕ। ਆਮੀਨ। ਪ੍ਰਭੂ ਤੁਹਾਡੇ ਦਿਲ ਵਿੱਚ ਅਤੇ ਜ਼ੁਬਾਨ ਤੇ ਹੋਵੇ ਤਾਂ ਯੋਗਤਾ ਨਾਲ ਤੁਸੀਂ ਖੁਦਾ ਦਾ ਵਚਨ ਸੁਣਾ ਸਕੋ। ਬਾਪ ਅਤੇ ਬੇਟੇ ਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਪਾਠ ਪਹਿਲਾ। ਸੰਤ ਯਾਕੂਬ ਦਾ ਪੱਤਰ, ਉਸ ਦਾ 1 ਬਾਬ 1 ਤੋਂ 11 ਆਇਤ ਤੱਕ। ਯਾਕੂਬ ਜੋ ਪਰਮੇਸ਼ਵਰ ਅਤੇ ਪ੍ਰਭੂ ਯਿਸੂ ਦਾ ਦਾਸ ਸੇ ਵੱਲੋਂ 12 ਕਬੀਲਿਆਂ ਨੂੰ ਜੋ ਸਾਰੇ ਸੰਸਾਰ ਵਿੱਚ ਖਿਲਰੇ ਹੋਏ ਹਨ, ਨਮਸਕਾਰ। ਮੇਰੇ ਭਰਾਵੋ, ਤੁਹਾਡੇ ਉੱਤੇ ਜਦੋਂ ਕਦੀ ਵੀ ਕੋਈ ਪ੍ਰੀਖਿਆ ਆਵੇ ਤਾਂ ਤੁਸੀਂ ਉਸ ਨੂੰ ਖੁਸ਼ੀ ਨਾਲ ਸਹਿ ਲਵੋ, ਕਿਉਂਕਿ ਤੁਸੀਂ ਜਾਣਦੇ ਹੀ ਹੋ ਕਿ ਜਦੋਂ ਇਸ ਤਰ੍ਹਾਂ ਦੀਆਂ ਪ੍ਰੀਖਿਆ ਦੁਆਰਾ ਤੁਹਾਡਾ ਵਿਸ਼ਵਾਸ ਸੱਚਾ ਸਿੱਧ ਹੁੰਦਾ ਹੈ ਤਾਂ ਤੁਹਾਡੀ ਸਹਿਣ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਪਰ ਤੁਹਾਨੂੰ ਅੰਤ ਤੱਕ ਸਹਿਣਾ ਚਾਹੀਦਾ ਹੈ ਤਾਂ ਜੋ ਤੁਸੀਂ ਪੂਰਨ ਅਤੇ ਸਿੱਧ ਬਣੋ। ਫਿਰ ਤੁਸੀਂ ਕਿਸੇ ਤਰ੍ਹਾਂ ਵੀ ਅਸਫਲ ਨਹੀਂ ਰਹੋਗੇ। ਤੁਹਾਡੇ ਵਿੱਚੋਂ ਜੇਕਰ ਕਿਸੇ ਆਦਮੀ ਕੋਲ ਬੁੱਧੀ ਦੀ ਘਾਟ ਹੈ ਤਾਂ ਪਰਮੇਸ਼ਵਰ ਕੋਲੋਂ ਮੰਗੋ ਅਤੇ ਇਹ ਉਸ ਨੂੰ ਮਿਲ ਜਾਵੇਗੀ, ਕਿਉਂਕਿ ਪਰਮੇਸ਼ਵਰ ਸਭ ਨੂੰ ਬਿਨਾਂ ਕੁਝ ਕਹੇ ਖੁੱਲ੍ਹ ਦਿਲੀ ਨਾਲ ਦਿੰਦਾ ਹੈ। ਪਰ ਉਹ ਆਦਮੀ ਮੰਗੇ ਵਿਸ਼ਵਾਸ ਨਾਲ, ਬਿਨਾਂ ਕਿਸੇ ਸ਼ੱਕ ਕੀਤੇ, ਕਿਉਂਕਿ ਸ਼ੱਕੀ ਆਦਮੀ ਸਮੁੰਦਰ ਦੀ ਲਹਿਰ ਵਰਗਾ ਹੈ ਜਿਸ ਨੂੰ ਹਵਾ ਇੱਧਰ ਉੱਧਰ ਉਛਾਲਦੀ ਫਿਰਦੀ ਹੈ। ਇਹੋ ਜਿਹੇ ਆਦਮੀ ਨੂੰ ਪਰਮੇਸ਼ਵਰ ਕੋਲੋਂ ਕਿਸੇ ਚੀਜ਼ ਦੀ ਆਸ ਨਹੀਂ ਰੱਖਣੀ ਚਾਹੀਦੀ ਹੈ, ਕਿਉਂਕਿ ਇਹ ਆਦਮੀ ਦੋ ਦਿਲਾਂ ਅਤੇ ਆਪਣੀ ਕਿਸ ਵੀ ਗੱਲ ਵਿੱਚ ਨਾ ਟਿਕਣ ਵਾਲਾ ਹੁੰਦਾ ਹੈ। ਜੇਕਰ ਗਰੀਬ ਭਰਾ ਨੂੰ ਪਰਮੇਸ਼ਵਰ ਉੱਚਾ ਕਰਦਾ ਹੈ ਤਾਂ ਉਹ ਇਸ 'ਤੇ ਮਾਣ ਕਰੇ। ਇਸ ਤਰ੍ਹਾਂ ਜੇਕਰ ਪਰਮੇਸ਼ਵਰ ਕਿਸੇ ਅਮੀਰ ਭਰਾ ਨੂੰ ਨੀਵਾਂ ਕਰਦਾ ਹੈ ਤਾਂ ਉਹ ਇਸ 'ਤੇ ਮਾਣ ਕਰੇ, ਕਿਉਂਕਿ ਅਮੀਰ ਆਦਮੀ ਜੰਗਲੀ ਫੁੱਲ ਦੀ ਤਰ੍ਹਾਂ ਮੁਰਝਾ ਜਾਵੇਗਾ। ਸੂਰਜ ਆਪਣੀ ਵੱਧਦੀ ਤਪਸ਼ ਦੇ ਨਾਲ ਚੜ੍ਹਦਾ ਹੈ ਅਤੇ ਪੈਂਦਿਆਂ ਨੂੰ ਸਾੜ ਦਿੰਦਾ ਹੈ, ਜਿਸ ਕਾਰਨ ਉਹਨਾਂ ਦੇ ਫੁੱਲ ਡਿੱਗ ਪੈਂਦੇ ਹਨ ਅਤੇ ਇਸ ਤਰ੍ਹਾਂ ਉਹਨਾਂ ਦੀ ਸੁੰਦਰਤਾ ਜਾਂਦੀ ਰਹਿੰਦੀ ਹੈ। ਇਸੇ ਤਰ੍ਹਾਂ ਅਮੀਰ ਆਦਮੀ ਵੀ ਆਪਣੇ ਸਭ
ਧੰਦਿਆਂ ਸਣੇ ਖਤਮ ਹੋ ਜਾਵੇਗਾ। ਇਹ ਪ੍ਰਭੂ ਦੀ ਪਵਿੱਤਰ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। मुबारक खुदा ते ओ सदा ही नाम पवित्र सदा, ते ओ सदा ही नाम पवित्र सदा, तू आख मेरी जान। कदे भी ना भुल बख्शिशां दियां नू, कदे भी ना भुल बख्शिशां दियां नू, तू कह मेरी जान मुबारक खुदा, तू कह मेरी जान मुबारक खुदा है, तू आख मेरी जान मुबारक खुदा है, तू आख मेरी जान मुबारक खुदा है, ते ओ सदा ही नाम पवित्र सदा है, ते ओ सदा ही नाम पवित्र सदा है, तू आख मेरी जान। वचन तेरा सिखा दे, उस पर चलना सिखा दे, वचन तेरा सिखा दे, उस पर चलना सिखा दे, बोल मसीहा तेरा इरादा वाणी तू अपनी सुना दे, बोल मसीहा सुनता तेरा दास वाणी तू अपनी सुना दे, वचन तेरा सिखा दे, उस पर चलना सिखा दे, वचन तेरा सिखा दे, उस पर चलना सिखा दे। प्रभु तुहाडे नाल होवे ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। पाठ पवित्र अंजील दा सन मरकुस दे अनुसार तेरी वडियाई होवे ऐ प्रभु। उस दा 8 अध्याय 11 तो 13 आयत। फरीसी आके उस दे नाल बहस करन लगे ਅਤੇ ਉਸ ਦੀ ਪ੍ਰੀਖਿਆ ਲੈਣ ਲਈ ਆਕਾਸ਼ ਤੋਂ ਕੋਈ ਨਿਸ਼ਾਨ ਮੰਗਣ ਲੱਗੇ। ਉਸ ਨੇ ਆਪਣੇ ਅੰਦਰ ਡੂੰਗੀ ਆਹ ਭਰੀ ਅਤੇ ਕਿਹਾ, ਇਹ ਪੀੜ੍ਹੀ ਕਿਉਂ ਨਿਸ਼ਾਨ ਮੰਗਦੀ ਹੈ? ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਇਸ ਪੀੜ੍ਹੀ ਨੂੰ ਕੋਈ ਨਿਸ਼ਾਨ ਨਹੀਂ ਦਿੱਤਾ ਜਾਵੇਗਾ। ਤਦ ਉਹ ਉਹਨਾਂ ਨੂੰ ਛੱਡ ਕੇ ਫਿਰ ਕਿਸ਼ਤੀ ਵਿੱਚ ਚੜ੍ਹ ਗਿਆ ਅਤੇ ਦੂਜੇ ਪਾਰ ਚਲਾ ਗਿਆ। ਪ੍ਰਭੂ ਦੀ ਪਾਕ ਅੰਜੀਲ। तेरी महिमा होवे ऐ मसीहा।
ਮਸੀਹ ਪਿਆਰੇ ਭੈਣੋ ਤੇ ਭਰਾਓ, ਅੰਜੀਲ ਵਿੱਚ ਆਪਾਂ ਸੁਣਿਆ ਕਿ ਫਰੀਸੀ ਪ੍ਰਭੂ ਯਿਸੂ ਦੀ ਪ੍ਰੀਖਿਆ ਲੈਣ ਲਈ ਉਸ ਤੋਂ ਵੱਖ-ਵੱਖ ਤਰ੍ਹਾਂ ਦੇ ਸਵਾਲ ਪੁੱਛਦੇ ਹਨ ਤੇ ਪ੍ਰਭੂ ਸਾਰੇ ਸਵਾਲਾਂ ਦਾ ਜਵਾਬ ਦਿੰਦਾ ਹੈ। ਸਵਾਲ ਹੀ ਨਹੀਂ ਪੁੱਛਦੇ, ਉਹ ਬਹੁਤ ਵਾਰੀ ਪ੍ਰਭੂ ਤੋਂ ਚਮਤਕਾਰਾਂ ਦੀ ਮੰਗ ਵੀ ਕਰਦੇ ਹਨ, ਜਿਵੇਂ ਅਸੀਂ ਅੰਜੀਲ ਦੇ ਇਸ ਪਾਠ ਵਿੱਚ ਸੁਣਿਆ। ਆਪਾਂ ਵੇਖਦੇ ਹਾਂ ਕਿ ਪ੍ਰਭੂ ਨੇ ਬਹੁਤ ਸਾਰੇ ਚਮਤਕਾਰ ਕੀਤੇ, ਸਿੱਖਿਆ ਵੀ ਦਿੱਤੀ, ਚਮਤਕਾਰ ਵੀ ਕੀਤੇ। ਸਭ ਤੋਂ ਵੱਡਾ ਚਮਤਕਾਰ ਇਹ ਸੀ ਕਿ ਪ੍ਰਭੂ ਨੇ ਕਈ ਲੋਕਾਂ ਨੂੰ ਜੀਵਨ ਦਾਨ ਦਿੱਤਾ, ਉਹਨਾਂ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ, ਜਿਵੇਂ ਜੈਰੂਸ ਦੀ ਧੀ, ਲਾਜ਼ਰ। ਇਸ ਤਰੀਕੇ ਨਾਲ ਬਹੁਤ ਮਹਾਨ ਕੰਮ ਕੀਤੇ। ਪਰ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ ਜਿਹੜੇ ਕਦੀ ਵੀ ਕਿਸੇ ਚੀਜ਼ ਨੂੰ ਨਹੀਂ ਮੰਨਦੇ। ਅਸੀਂ ਇਹਨਾਂ ਗੱਲਾਂ ਨੂੰ ਆਪਣੇ ਉੱਤੇ ਲਾਗੂ ਕਰਨ ਦੀ ਕੋਸ਼ਿਸ਼ ਕਰਨੀ ਹੈ। ਪਹਿਲੀ ਗੱਲ ਇਹ ਹੈ ਕਿ ਕੋਈ ਪ੍ਰਚਾਰਕ ਸਾਰੇ ਲੋਕਾਂ ਨੂੰ ਉਹਨਾਂ ਦੇ ਜੋ ਦਿਲ ਦੀ ਤਸੱਲੀ ਹੈ ਸ਼ਾਇਦ ਉਸ ਨੂੰ ਪੂਰਾ ਨਹੀਂ ਕਰ ਸਕਦਾ, ਜਾਂ ਦੂਜੇ ਸ਼ਬਦਾਂ ਵਿੱਚ ਕਹਿ ਲਓ ਕਿ ਸਾਰੇ ਲੋਕਾਂ ਨੂੰ ਇੱਕ ਹੀ ਗੱਲ ਨਾਲ ਸਹਿਮਤ ਹੋਣਾ ਮੁਸ਼ਕਲ ਹੋਵੇਗਾ। ਸ਼ਾਇਦ ਆਪਾਂ ਵੀ ਉਹਨਾਂ ਵਿੱਚੋਂ ਇਸ ਤਰ੍ਹਾਂ ਦੇ ਲੋਕ ਹੋਵਾਂਗੇ। ਦੂਜੀ ਗੱਲ ਇਹ ਹੈ ਕਿ ਸਾਡੇ ਵਿੱਚੋਂ ਇਸ ਤਰ੍ਹਾਂ ਦੇ ਲੋਕ ਹੁੰਦੇ ਹਨ ਜਿਹੜੇ ਹਮੇਸ਼ਾ ਤਰਕਸ਼ੀਲ ਹੁੰਦੇ ਆ, ਯਾਨੀ ਕਿ ਬਹਿਸ ਕਰਦੇ ਆ, ਕਿਉਂਕਿ ਉਹਨਾਂ ਨੇ ਪਹਿਲਾਂ ਇਹ ਮਨ ਵਿੱਚ ਧਾਰਿਆ ਹੁੰਦਾ ਹੈ ਕਿ ਅਸੀਂ ਦੂਸਰੇ ਬੰਦੇ ਦੀ ਗੱਲ ਨੂੰ ਝੂਠਾ ਸਾਬਤ ਕਰਨਾ ਹੈ। ਜੇਕਰ ਪਹਿਲੇ ਤੁਸੀਂ ਧਾਰ ਕੇ ਬੈਠੇ ਹੋਏ ਆ ਤਾਂ ਉਹ ਦੂਸਰਾ ਬੰਦਾ ਭਾਵੇਂ ਜਿੰਨੇ ਮਰਜ਼ੀ ਤੁਹਾਨੂੰ ਸਬੂਤ ਦੇ ਦੇਵੇ, ਪ੍ਰਤੱਖ ਦੇ ਦੇਵੇ, ਤੁਸੀਂ ਕਦੀ ਵੀ ਨਹੀਂ ਮੰਨੋਗੇ। ਹੋ ਸਕਦਾ ਅਸੀਂ ਵੀ ਉਹਨਾਂ ਵਿੱਚੋਂ ਇਸ ਤਰ੍ਹਾਂ ਦੇ ਲੋਕ ਹੋਵਾਂਗੇ। ਅਗਲੀ ਗੱਲ ਇਹ ਹੈ ਕਿ ਜਦੋਂ ਵੀ ਅਸੀਂ ਕਿਸੇ ਦੂਜੇ ਇਨਸਾਨ ਨੂੰ ਪਰਖਦੇ ਹਾਂ, ਅੰਜੀਲ ਵਿੱਚ ਆਪਾਂ ਸੁਣਿਆ ਕਿ ਲੋਕ ਪ੍ਰਭੂ ਯਿਸੂ ਦੀ ਪ੍ਰੀਖਿਆ ਲੈਣ ਆਉਂਦੇ ਆ। ਵਚਨ ਸਾਨੂੰ ਕਹਿੰਦਾ ਹੈ ਵਿਵਸਥਾ ਸਾਹ ਦੀ ਪੁਸਤਕ ਵਿੱਚੋਂ 6 ਅਧਿਆਇ ਦੀ 16 ਆਇਤ, ਪ੍ਰਭੂ ਆਪਣੇ ਪਰਮੇਸ਼ਰ ਨੂੰ ਕਦੀ ਵੀ ਨਹੀਂ ਪਰਖਣਾ। ਜੇਕਰ ਆਪਾਂ ਇਸ ਤਰ੍ਹਾਂ ਕਰਦੇ ਹਾਂ ਤਾਂ ਅਸੀਂ ਇਹ ਸਿੱਧ ਕਰਦੇ ਹਾਂ ਕਿ ਸਾਡੇ ਵਿੱਚ ਵਿਸ਼ਵਾਸ ਨਹੀਂ ਹੈ। ਪਹਿਲੇ ਪਾਠ ਵਿੱਚ ਵੀ ਆਪਾਂ ਸੁਣਿਆ ਯਾਕੂਬ ਦੇ ਪੁੱਤਰ ਵਿੱਚੋਂ 1 ਅਧਿਆਇ 1 ਤੋਂ 11 ਆਇਤ ਕਿ ਜਿਸ ਇਨਸਾਨ ਵਿੱਚ ਵਿਸ਼ਵਾਸ ਨਹੀਂ ਹੈ ਉਹ ਉਸ ਤਰ੍ਹਾਂ ਦਾ ਇਨਸਾਨ ਹੈ ਜਿੱਦਾਂ ਸਮੁੰਦਰ ਦੀਆਂ ਲਹਿਰਾਂ ਹੁੰਦੀਆਂ ਤੇ ਪਾਣੀ ਉਹਨਾਂ ਲਹਿਰਾਂ ਨੂੰ ਅੱਗੇ ਪਿੱਛੇ ਉਛਾਲਦਾ ਆ। ਜਿਸ ਤਰ੍ਹਾਂ ਪਾਣੀ ਵਗਦਾ ਆ ਉਸੇ ਤਰੀਕੇ ਨਾਲ ਹੀ ਇਹ ਸਮੁੰਦਰ ਦੀਆਂ ਲਹਿਰਾਂ ਵਗਦੀਆਂ ਆ। ਸ਼ਾਇਦ ਇਸ ਤਰ੍ਹਾਂ ਦਾ ਈਮਾਨ, ਫਿਰ ਇਸ ਨੂੰ ਈਮਾਨ ਵੀ ਆਪਾਂ ਨਹੀਂ ਕਹਿ ਸਕਦੇ। ਜਦੋਂ ਸਾਡੇ ਵਿੱਚ ਈਮਾਨ ਦੀ ਘਾਟ ਹੁੰਦੀ ਹੈ ਉਦੋਂ ਹੀ ਅਸੀਂ ਖੁਦਾ ਕੋਲੋਂ ਚਮਤਕਾਰਾਂ ਦੀ ਮੰਗ ਕਰਦੇ ਹਾਂ, ਤੇ ਜਦੋਂ ਅਸੀਂ ਚਮਤਕਾਰਾਂ ਦੀ ਮੰਗ ਕਰਦੇ ਹਾਂ ਅਸੀਂ ਖੁਦਾ ਨੂੰ ਖੁਦਾ ਨਹੀਂ ਸਮਝਦੇ, ਅਸੀਂ ਉਹਨੂੰ ਜਾਦੂਗਰ ਸਮਝਦੇ ਹਾਂ। ਖੁਦਾ ਦਾ ਜੋ ਰੁਤਬਾ ਆ ਉਸ ਨੂੰ ਇੱਕ ਜਾਦੂਗਰ ਦੇ ਰੁਤਬੇ ਦੇ ਸਮਾਨ ਕਰ ਦਿੰਦੇ ਹਾਂ ਕਿ ਜਾਦੂਗਰ ਹਾਂਜੀ ਮੀਂਹ ਪਵਾ ਦੇਵੇ ਜੀ, ਜਾਂ ਹਨੇਰੀ ਚਲਾ ਦੇਵੇ, ਜਾਂ ਇਸ ਤਰ੍ਹਾਂ ਕੁਛ ਵੀ। ਉਸੇ ਵੇਲੇ ਜਦੋਂ ਪੁੱਛਿਆ ਉਸੇ ਵੇਲੇ ਕੋਈ ਨਾ ਕੋਈ ਕਰਾਮਾਤ ਕਰ ਦੇਵੇ। ਖੁਦਾ ਕੋਈ ਜਾਦੂਗਰ ਨਹੀਂ ਹੈ। ਇਹ ਸਾਡੇ ਉੱਤੇ ਨਿਰਭਰ ਕਰਦਾ ਆ ਸਾਡਾ ਈਮਾਨ ਕਿਸ ਤਰ੍ਹਾਂ ਦਾ ਆ। ਖੁਦਾ ਦੀ ਮਰਜ਼ੀ ਆ ਚਮਤਕਾਰ ਕਰੇ ਚਾਹੇ ਨਾ ਕਰੇ। ਮੰਨ ਲਓ ਜਦੋਂ ਅਸੀਂ ਕਿਸੇ ਰਸਤੇ ਤੇ ਜਾਂਦੇ ਹਾਂ, ਰੋਡ ਤੇ ਜਾ ਰਹੇ ਹਾਂ, ਸਾਡੇ ਲਈ ਰਾਹ ਚੱਲਦਿਆਂ ਜੇਕਰ ਕੋਈ ਮੀਲ ਪੱਥਰ ਆ ਜਾਵੇ ਤਾਂ ਸਾਡੀ ਖੁਸ਼ਕਿਸਮਤੀ ਹੈ। ਸਾਨੂੰ ਪਤਾ ਲੱਗ ਜਾਵੇ ਕਿ ਜਿੱਥੇ ਅਸੀਂ ਪਹੁੰਚਣਾ ਸਾਡੀ ਮੰਜ਼ਿਲ ਕਿੰਨੀ ਦੂਰ ਹੈ, ਕਿਉਂਕਿ ਉਸ 'ਤੇ ਲਿਖਿਆ ਹੋਏਗਾ ਤੁਹਾਡੀ ਮੰਜ਼ਿਲ ਇੰਨੇ ਕਿਲੋਮੀਟਰ ਅੱਗੇ ਦੂਰ ਹੈ ਤੇ ਤੁਸੀਂ ਇਸ ਤਰੀਕੇ ਇਸ ਸਾਈਡ ਨੂੰ ਜਾਣਾ। ਇਸ ਤਰ੍ਹਾਂ ਮੰਨ ਲਓ ਕਿ ਜੇਕਰ ਸਾਨੂੰ ਮੀਲ ਪੱਥਰ ਸਾਡੇ ਰਾਹ ਚੱਲਦਿਆਂ ਮਿਲਦਾ ਹੈ ਤੇ ਸਾਡੀ ਖੁਸ਼ਕਿਸਮਤੀ ਹੈ। ਉਹ ਸਾਡਾ ਹੱਕ ਨਹੀਂ ਹੈ ਵੀ ਇਹ ਉੱਥੇ ਹੋਣਾ ਚਾਹੀਦਾ ਆ। ਜੇਕਰ ਉਹ ਉੱਥੇ ਹੈ ਤੇ ਸਾਡੀ ਖੁਸ਼ਕਿਸਮਤੀ ਹੈ। ਜੇਕਰ ਉਹ ਨਹੀਂ ਹੈ ਤਾਂ ਅਸੀਂ ਇਹ ਮੰਗ ਨਹੀਂ ਕਰਦੇ ਕਿ ਇੱਥੇ ਮੀਲ ਪੱਥਰ ਹੋਣਾ ਚਾਹੀਦਾ ਸੀ ਜਾਂ ਨਹੀਂ ਹੋਣਾ ਚਾਹੀਦਾ ਸੀ। ਇੱਦਾਂ ਦੇ ਸਵਾਲ ਸਾਡੇ ਮਨ ਵਿੱਚ ਨਹੀਂ ਆਉਂਦੇ। ਇਸੇ ਤਰੀਕੇ ਨਾਲ ਚਮਤਕਾਰ ਕਰਨਾ ਨਹੀਂ ਕਰਨਾ ਇਹ ਖੁਦਾ ਦੀ ਆਪਣੀ ਮਰਜ਼ੀ ਹੈ ਤੇ ਚਮਤਕਾਰ ਹਮੇਸ਼ਾ ਉਹਨਾਂ ਦੀ ਜ਼ਿੰਦਗੀ ਵਿੱਚ ਹੁੰਦੇ ਆ ਜਿਨ੍ਹਾਂ ਦੇ ਵਿੱਚ ਪੂਰਨ ਵਿਸ਼ਵਾਸ ਹੁੰਦਾ ਆ,
ਜਿਨ੍ਹਾਂ ਵਿੱਚ ਸਹਿਨਸ਼ੀਲਤਾ ਹੁੰਦੀ ਹੈ। ਖੁਦਾ ਨੇ ਅਬਰਾਹਮ ਨੂੰ ਕਿਹਾ, ਅਬਰਾਹਮ ਵੇਖ ਅਸਮਾਨ ਦੇ ਤਾਰੇ, ਵੇਖ ਰੇਤ ਦੇ ਕਿਣਕੇ, ਇੰਨੀ ਤੇਰੀ ਸੰਤਾਨ ਹੋਵੇਗੀ ਜਿਨ੍ਹਾਂ ਦੀ ਕੋਈ ਗਿਣਤੀ ਵੀ ਨਹੀਂ ਕਰ ਸਕਦਾ। ਤੇ ਉਹ ਪ੍ਰਭੂ ਨੂੰ ਕਹਿੰਦਾ, ਜੀ ਹਾਂ ਪ੍ਰਭੂ, ਮੈਂ ਮੰਨਦਾ ਹਾਂ। ਇਸ ਗੱਲ ਨੂੰ ਮੰਨਦਿਆਂ 25 ਸਾਲ ਲੱਗ ਜਾਂਦੇ ਆ। 25 ਸਾਲ ਤੱਕ ਉਹ ਇਸੇ ਗੱਲ ਨੂੰ ਮੰਨਦਾ ਆ ਤੇ ਹਰ ਵਾਰ ਖੁਦਾ ਨੂੰ ਇਸੇ ਤਰੀਕੇ ਨਾਲ ਕਹਿੰਦਾ ਆ ਕਿ ਮੈਂ ਇਹਨਾਂ ਗੱਲਾਂ ਨੂੰ ਮੰਨਦਾ ਹਾਂ। ਇਹ ਉਸਦੇ ਜੀਵਨ ਦੀ ਇੱਕ ਪਰਖ ਸੀ। ਉਹ ਨਹੀਂ ਪ੍ਰਭੂ ਦੀ ਪ੍ਰੀਖਿਆ ਲੈਂਦਾ, ਸਗੋਂ ਪ੍ਰਭੂ ਉਸਦੇ ਈਮਾਨ ਦੀ ਪ੍ਰੀਖਿਆ ਲੈਂਦਾ ਆ। ਅਬਰਾਹਮ ਆਪਣੀ ਈਮਾਨ ਦੀ ਪ੍ਰੀਖਿਆ ਵਿੱਚ ਸੱਚਾ ਸਿੱਧ ਹੁੰਦਾ ਆ ਤੇ ਉਸ ਦੇ ਇਨਾਮ ਦੇ ਵਜੋਂ ਉਸਨੂੰ ਇੱਕ ਪੁੱਤਰ ਦੀ ਦਾਤ ਮਿਲਦੀ ਹੈ। ਫਿਰ ਇੱਕ ਆਖਰੀ ਇੱਕ ਹੋਰ ਪ੍ਰੀਖਿਆ, ਉਸੇ ਪੁੱਤਰ ਦੀ ਬਲੀ ਦੇਣ ਲਈ ਪ੍ਰਭੂ ਉਸਨੂੰ ਕਹਿੰਦਾ ਆ। ਉਹਦੇ ਵਿੱਚ ਵੀ ਉਹ ਸਫਲ ਹੁੰਦਾ ਆ। ਉਸ ਤੋਂ ਬਾਅਦ ਅਬਰਾਹਮ ਨੂੰ ਕੌਮਾਂ ਦਾ ਪਿਤਾ ਹੋਣ ਦਾ ਰੁਤਬਾ ਮਿਲਦਾ ਆ। ਪਿਆਰਿਓ, ਖੁਦਾ ਨੂੰ ਅਸੀਂ ਕੋਈ ਜਾਦੂਗਰ ਨਾ ਸਮਝੀਏ, ਆਪਣੀ ਈਮਾਨ ਵੱਲ ਵੇਖੀਏ ਕਿ ਮੇਰੇ ਵਿੱਚ ਇੰਨਾ ਈਮਾਨ ਹੈ ਕਿ ਪ੍ਰਭੂ ਮੇਰੀ ਜ਼ਿੰਦਗੀ ਵਿੱਚ ਚਮਤਕਾਰ ਕਰੇ, ਕਿ ਮੇਰੇ ਵਿੱਚ ਇੰਨਾ ਈਮਾਨ ਹੈ ਕਿ ਮੈਂ ਜਿਸ ਪ੍ਰਭੂ ਨੂੰ ਦੇਖਿਆ ਨਹੀਂ ਹੈ, ਸਿਰਫ ਉਹਦੇ ਬਾਰੇ ਸੁਣ ਰਿਹਾ ਹਾਂ, ਜਾਂ ਜਿਸ ਦੇ ਬਾਰੇ ਮੈਂ ਸਿਰਫ ਪੜ੍ਹ ਰਿਹਾ ਹਾਂ, ਉਸ ਉੱਤੇ ਈਮਾਨ ਰੱਖਾਂ ਕਿ ਹਾਂ, ਉਹ 2000 ਸਾਲ ਪਹਿਲਾਂ ਆਇਆ ਸੀ। ਉਸ ਦਾ ਵਚਨ ਹੈ ਕਿ ਮੈਂ ਫਿਰ ਆਵਾਂਗਾ ਤੇ ਮੈਂ ਤੁਹਾਨੂੰ ਆਪਣੇ ਨਾਲ ਲੈ ਕੇ ਜਾਵਾਂਗਾ। ਉਹਦੇ ਨਾਲ ਜਾਣ ਵਾਲਿਆਂ ਦੀ ਸੰਗਤ ਵਿੱਚ ਆਪਾਂ ਰਲਣਾ ਆ। ਅਸੀਂ ਉਦੋਂ ਰਲਾਂਗੇ ਜੇਕਰ ਸਾਡੇ ਵਿੱਚ ਈਮਾਨ ਹੋਵੇਗਾ ਅਤੇ ਇਹ ਈਮਾਨ ਆਖਰ ਤੱਕ ਕਾਇਮ ਰਹੇਗਾ। ਫਿਰ ਅਸੀਂ ਪ੍ਰਭੂ ਦੇ ਨਾਲ ਜਾਣ ਵਾਲੇ ਲੋਕਾਂ ਦੀ ਸੰਗਤ ਵਿੱਚ ਸ਼ਾਮਿਲ ਹੋਵਾਂਗੇ। ਆਓ ਅਸੀਂ ਪ੍ਰਾਰਥਨਾ ਕਰੀਏ। ਸਰਵਸ਼ਕਤੀਮਾਨ ਪਿਤਾ ਪਰਮੇਸ਼ਰ, ਅਸੀਂ ਧੰਨਵਾਦ ਕਰਦੇ ਹਾਂ, ਤੁਹਾਡੀ ਮਹਿਮਾ ਤੇ ਵਡਿਆਈ ਕਰਦੇ ਹਾਂ ਇਸ ਨਵੇਂ ਦਿਨ ਦੇ ਲਈ ਜੋ ਸਾਡੇ ਜੀਵਨ ਵਿੱਚ ਜੋੜਿਆ ਹੈ। ਪ੍ਰਭੂ ਜੀ, ਖਾਸ ਤੌਰ 'ਤੇ ਅੱਜ ਅਸੀਂ ਮਿਸ਼ਨਰੀਆਂ ਲਈ ਪ੍ਰਾਰਥਨਾ ਕਰਦੇ ਹਾਂ। ਹੈ ਪ੍ਰਭੂ, ਉਹ ਜਿੱਥੇ ਕਿਤੇ ਵੀ ਹੋਣ, ਹਮੇਸ਼ਾ ਤੁਹਾਡੇ ਮਿਹਰ ਭਰੇ ਹੱਥਾਂ 'ਚ ਸੁਰੱਖਿਅਤ ਰਹਿਣ, ਤੁਹਾਡੀ ਹਿਫਾਜ਼ਤ ਵਿੱਚ ਰਹਿਣ। ਹੈ ਪ੍ਰਭੂ, ਉਹਨਾਂ ਨੂੰ ਆਪਣੀ ਪਵਿੱਤਰ ਆਤਮਾ ਦੀ ਸ਼ਕਤੀ ਹੇਠ ਅਗਵਾਈ ਪ੍ਰਦਾਨ ਕਰਨਾ, ਮਾਰਗਦਰਸ਼ਨ ਕਰਨਾ, ਤਾਂ ਜੋ ਜਿੱਥੇ ਵੀ ਹੋਣ ਤੁਹਾਡੇ ਵਚਨ ਦਾ ਪ੍ਰਚਾਰ ਨਿਡਰ ਹੋ ਕੇ ਕਰ ਸਕਣ। ਇਸ ਦੇ ਨਾਲ ਹੀ ਪ੍ਰਾਰਥਨਾ ਕਰਦੇ ਹਾਂ ਉਹਨਾਂ ਸਾਰੇ ਭੈਣਾਂ ਭਰਾਵਾਂ ਲਈ ਜੋ ਇਸ ਸਮੇਂ ਪ੍ਰਾਰਥਨਾ ਭਵਨ TV ਦੇ ਮਾਧਿਅਮ ਦੇ ਰਾਹੀਂ ਇਸ ਪਾਕ ਮਾਸ ਵਿੱਚ ਹਿੱਸਾ ਲੈ ਰਹੇ ਹਨ। ਹੈ ਪ੍ਰਭੂ, ਇਸ ਸੁਣਾਏ ਗਏ ਵਚਨ ਦੇ ਅਨੁਸਾਰ ਉਹਨਾਂ ਨੂੰ ਭਰਪੂਰ ਬਰਕਤਾਂ ਪ੍ਰਦਾਨ ਕਰਨਾ ਅਤੇ ਈਮਾਨ ਦੀ ਮਜ਼ਬੂਤੀ ਪ੍ਰਦਾਨ ਕਰਨਾ। ਅਸੀਂ ਮੰਗਦੇ ਹਾਂ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਵਸੀਲੇ, ਆਮੀਨ। ਖੁਦਾਵੰਦਾ ਸਾਡੀ ਸੁਣ ਦੁਆ, ਸਾਡਾ ਕਰੇ ਕਬੂਲ ਚੜਾਵਾ। ਐ ਖੁਦਾਵੰਦਾ ਸਾਡੀ ਸੁਣ ਦੁਆ, ਸਾਡਾ ਕਰੇ ਕਬੂਲ ਚੜਾਵਾ, ਸਾਡਾ ਕਰੇ ਕਬੂਲ ਚੜਾਵਾ। सच्चा ते जिंदा तू ही खुदा है, खालिक मालिक हर शैदा है। सच्चा ते जिंदा तू ही खुदा है, खालिक मालिक हर शैदा है, हर शैदा है। खुदावंदा साडी सुन दुआ, साडा कर कबूल चढ़ावा। है खुदावंदा साडी सुन दुआ, साडा कर कबूल चढ़ावा, साडा कर कबूल चढ़ावा, साडा कर कबूल चढ़ावा।
ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੀ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਪ੍ਰਭੂ, ਇਹਨਾਂ ਨਜ਼ਰਾਨਿਆਂ ਵੱਲ ਨਿਗਾਹ ਕਰ ਜੋ ਅਸੀਂ ਸੰਤ ਸਿਰਲ ਅਤੇ ਸੰਤ ਮੈਥੋਡੀਅਸ ਦੀ ਯਾਦ ਵਿੱਚ ਤੇਰੇ ਅਲਤਾਰ ਉੱਤੇ ਲਿਆਉਂਦੇ ਹਾਂ। ਬਖਸ਼ ਦੇ ਕਿ ਇਹ ਨਜ਼ਰਾਨੇ ਉਸ ਨਵੀਂ ਇਨਸਾਨੀਅਤ ਦਾ ਨਿਸ਼ਾਨ ਬਣ ਜਾਣ ਜਿਸ ਦਾ ਤੇਰੇ ਪਿਆਰ ਨਾਲ ਮੁੜ ਮੇਲ ਹੋ ਗਿਆ ਹੋਵੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਤੂੰ ਹਰ ਯੁੱਗ ਵਿੱਚ ਕਲੀਸਿਆ ਨੂੰ ਨਵੀਂ ਤਾਜ਼ਗੀ ਦੇਣ ਲਈ ਉਹਨਾਂ ਆਦਮੀਆਂ ਤੇ ਔਰਤਾਂ ਨੂੰ ਚੁਣ ਲੈਂਦਾ ਹੈ ਜੋ ਪਵਿੱਤਰਤਾ ਵਿੱਚ ਅਵਲ ਹਨ ਅਤੇ ਤੇਰੇ ਨਾਮ ਬਦਲਣ ਵਾਲੇ ਪਿਆਰ ਦੇ ਜਿਉਂਦੇ ਗਵਾਹ ਹਨ। ਉਹ ਆਪਣੀ ਅਸੂਲੀ ਜ਼ਿੰਦਗੀ ਰਾਹੀਂ ਸਾਨੂੰ ਪ੍ਰੇਰਨਾ ਦਿੰਦੇ ਹਨ ਅਤੇ ਆਪਣੀ ਲਗਾਤਾਰ ਸਿਫਾਰਸ਼ੀ ਪ੍ਰਾਰਥਨਾ ਨਾਲ ਸਾਡੀ ਮਦਦ ਕਰਦੇ ਹਨ ਤਾਂ ਜੋ ਅਸੀਂ ਤੇਰੀ ਬਚਾਉਣ ਵਾਲੀ ਤਾਕਤ ਦਾ ਜ਼ਿੰਦਾ ਨਿਸ਼ਾਨ ਬਣ ਜਾਈਏ। ਇਸ ਲਈ ਹੁਣ ਅਸੀਂ ਸਾਰੇ ਫਰਿਸ਼ਤਿਆਂ ਤੇ ਸੰਤਾਂ ਸੰਤਨੀਆਂ ਸਣੇ ਤੇਰੀ ਵਡਿਆਈ ਦਾ ਗੀਤ ਲਗਾਤਾਰ ਗਾਉਂਦੇ ਹੋਏ ਇਹ ਪੁਕਾਰਦੇ ਹਾਂ, ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। ਇਹ ਪ੍ਰਭੂ ਤੂੰ ਸੱਚਮੁੱਚ ਪਵਿੱਤਰ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਾਰਿਆਂ ਨੂੰ ਪਵਿੱਤਰ ਕਰ ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਆਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੀ ਹੋਈ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਤੇਰਾ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਤੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਐ ਪ੍ਰਭੂ, ਅਸੀਂ ਯਿਸੂ ਤੇਰੀ ਮੌਤ ਅਤੇ ਉਹਦੇ ਜੀ ਉੱਠਣ ਦੀ ਯਾਦਗਾਰੀ ਮਨਾਉਂਦੇ ਹੋਏ ਤੈਨੂੰ ਇਹ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ।
ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਐ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਡੇ ਬਿਸ਼ਪ ਫ੍ਰੈਂਕੋ ਤੇ ਇਗਨੈਲੋ, ਸਾਰੇ ਪ੍ਰੋਹਤਾਂ, ਧਾਰਮਿਕ ਸਿਸਟਰਾਂ ਤੇ ਸਭ ਵਿਸ਼ਵਾਸੀ ਲੋਕਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣਾਂ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਮੁਕੱਦਸ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਧੰਨ ਰਸੂਲਾਂ, ਸੰਤ ਸਿਰਲ, ਸੰਤ ਮੈਥੋਡੀਅਸ ਅਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਤੀਵੀ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਤੇ ਉਸ ਦੇ ਨਾਲ ਤੇ ਉਸ ਦੇ ਵਿੱਚ ਐ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਹ ਪਾਕ ਦੀ ਏਕਤਾ ਵਿੱਚ ਸਭ ਦਲਾਲਤ ਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਆਓ ਅਸੀਂ ਪੂਰਨ ਭਰੋਸਾ ਰੱਖਦੇ ਹੋਏ ਉਹਨਾਂ ਸ਼ਬਦਾਂ ਵਿੱਚ ਉਸੇ ਹੀ ਪ੍ਰਾਰਥਨਾ ਦੁਹਰਾਈਏ ਜੋ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਈ ਹੈ। ਐ ਸਾਡੇ ਬਾਪ ਜਿਹੜਾ ਤੂੰ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਐ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਮੀਰ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀ ਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ, ਕੁਦਰਤ ਤੇ ਜਲਾਲ ਯੁਗੋ ਯੁਗ ਤੇਰਾ ਹੀ ਹੈ। ਐ ਪ੍ਰਭੂ ਯਿਸੂ ਮਸੀਹ, ਆਪ ਤਾਂ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੇ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦੇਈਏ। ਐ ਲੀਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੇਲਾ ਪ੍ਰਭੂ ਯਿਸੂ ਮਸੀਹ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਪੋਜ ਲਈ ਸੱਦੇ ਗਏ ਹਨ। ਐ ਪ੍ਰਭੂ, ਮੈਂ ਇਸ ਯੋਗ ਤਾਂ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਸ਼ਬਦ ਆਖ ਅਤੇ ਮੇਰੀ ਰੂਹ ਚੰਗੀ ਹੋ ਜਾਵੇਗੀ।
तेरा बदन मैं खावां यीशु, तेरे प्याले चो पीवां यीशु। तेरा बदन मैं खावां यीशु, तेरे प्याले चो पीवां यीशु। मेरी जिंदगी दा मालिक है तू, ते तो बारी मैं जावां यीशु। मेरी जिंदगी दा मालिक है तू, ते तो बारी मैं जावां यीशु। रूह अपनी नू ताज़ा करा, खुद विच तेरी शक्ति भरा। रूह अपनी नू ताज़ा करा, खुद विच तेरी शक्ति भरा। तेरा शुक्र करा मैं सदा, हर बातें सुनावा यीशु। तेरा शुक्र करा मैं सदा, हर बातें सुनावा यीशु। तेरा बदन मैं खावां यीशु, तेरे प्याले जो पीवां यीशु। मेरी जिंदगी दा मालिक है तू, ते तो बारी मैं जावां यीशु। ते तो बारी मैं जावां यीशु, ते तो बारी मैं जावां यीशु। ਅਸੀਂ ਪ੍ਰਾਰਥਨਾ ਕਰੀਏ। ਐ ਖੁਦਾ, ਸਾਰੀਆਂ ਕੌਮਾਂ ਦੇ ਬਾਪ, ਤੂੰ ਸਾਨੂੰ ਇੱਕੋ ਹੀ ਰੋਟੀ ਅਤੇ ਇੱਕੋ ਹੀ ਰੂਹ ਦੇ ਸ਼ਰੀਕ ਅਤੇ ਸਤੀਵੀ ਭੋਜਨ ਦੇ ਉੱਤਰਾਧਿਕਾਰੀ ਬਣਾਉਂਦਾ ਹੈ। ਸੰਤ ਸਿਰਲ ਅਤੇ ਸੰਤ ਮੈਥੋਡੀਅਸ ਦੀ ਈਦ ਦੇ ਮੌਕੇ ਉੱਤੇ ਆਪਣੀ ਮਿਹਰ ਨਾਲ ਸਾਨੂੰ ਇਹ ਬਖਸ਼ ਦੇ ਕਿ ਤੇਰੇ ਸਾਰੇ ਬੱਚੇ ਇੱਕੋ ਹੀ ਈਮਾਨ ਵਿੱਚ ਕਾਇਮ ਰਹਿਣ ਅਤੇ ਤੇਰੇ ਇਨਸਾਫ ਅਤੇ ਸ਼ਾਂਤੀ ਦੇ ਰਾਜ ਨੂੰ ਫੈਲਾਉਣ ਲਈ ਇਕਜੁੱਟ ਹੋ ਕੇ ਹਮੇਸ਼ਾ ਕਾਰਜਸ਼ੀਲ ਰਹਿਣ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸਭ ਸ਼ਕਤੀਮਾਨ ਖੁਦਾ ਬਾਪ ਅਤੇ ਬੇਟਾ ਤੇ ਰੂਹ ਪਾਕ ਤੁਹਾਨੂੰ ਸਭ ਨੂੰ ਬਰਕਤ ਦੇਵੇ। ਆਮੀਨ। ਕੁਰਬਾਨੀ ਚੜਾਈ ਗਈ ਮਸੀਹ ਦੀ ਸ਼ਾਂਤੀ ਵਿੱਚ ਜਾਵੋ। खुदा दा शुक्र होवे। दुआ याद कर ए निहायत मेहरबान कुआरी मरियम, भई कदी नहीं सुनिया गया कि कोई भी तेरी पनाह लभदियां, तेरी मदद चाहुंदियां, तेरी सिफारिश मंगदियां ते धोखा ली गया होवे। ऐ कुआरी कुआरियां दी अते मेरी मां, मैं तसल्ली नाल मैं तेरे कोल नस्सी आंदी हां अते तेरे अगे खलो के मैं गुनाही रोंदी हां। ऐ तारे कलाम दी मां, तू मेरी अर्ज़ां नूं कीर ना जान, सगों मेहरबानी नाल सुन अते कबूल कर। आमीन। मां मरियम शांति दी रानी, साडे लई दुआ कर।
ਮਾਂ ਮਰੀਅਮ ਦੀਆਂ ਸਿਫਤਾਂ ਦੀਆਂ ਲੱਖਾਂ ਨੇ ਕਹਾਣੀਆਂ ਇਹ ਜਗ ਜਾਣਦਾ। ਮਾਂ ਮਰੀਅਮ ਦੀਆਂ ਸਿਫਤਾਂ ਦੀਆਂ ਲੱਖਾਂ ਨੇ ਕਹਾਣੀਆਂ ਇਹ ਜਗ ਜਾਣਦਾ। ਆਪਣੀ ਆਸਾਂ ਵਾਲੀ ਦੀਵੇ ਬਾਲ ਕੇ ਜਿਹੜਾ ਕੋਈ ਆਉਂਦਾ ਉਹ ਮੁਰਾਦਾਂ ਪਾਵਦਾ। ਆਪਣੀ ਆਸਾਂ ਵਾਲੀ ਦੀਵੇ ਬਾਲ ਕੇ ਜਿਹੜਾ ਕੋਈ ਆਉਂਦਾ ਉਹ ਮੁਰਾਦਾਂ ਪਾਵਦਾ। ਮਾਂ ਮਰੀਅਮ ਦੀਆਂ ਸਿਫਤਾਂ ਦੀਆਂ ਲੱਖਾਂ ਨੇ ਕਹਾਣੀਆਂ ਇਹ ਜਗ ਜਾਣਦਾ। ਰੱਖਦੀ ਖਿਆਲ ਤੇਰੀ ਹਰ ਲੋੜ ਦਾ, ਉਹਦੀਆਂ ਸਿਫਾਰਿਸ਼ਾਂ ਖੁਦਾ ਨਾ ਮੋੜਦਾ। ਰੱਖਦੀ ਖਿਆਲ ਤੇਰੀ ਹਰ ਲੋੜ ਦਾ, ਉਹਦੀਆਂ ਸਿਫਾਰਿਸ਼ਾਂ ਖੁਦਾ ਨਾ ਮੋੜਦਾ। ਰੋਜ਼ਰੀ ਤੇ ਰਾਹੀਂ ਜਿਹੜੀ ਮੰਗ ਮੰਗੇਗਾ ਹੋ ਜੋ ਇੰਤਜ਼ਾਮ ਤੇਰੀ ਹਰ ਲੋੜ ਦਾ। ਰੋਜ਼ਰੀ ਤੇ ਰਾਹੀਂ ਜਿਹੜੀ ਮੰਗ ਮੰਗੇਗਾ ਹੋ ਜੋ ਇੰਤਜ਼ਾਮ ਤੇਰੀ ਹਰ ਲੋੜ ਦਾ। ਕਾਨਾ ਦੇ ਵਿਆਹ ਦੇ ਵਿੱਚ ਮਾਂ ਦੇ ਕਹਿਣ ਤੇ ਪਾਣੀ ਮਹਿੰਦ ਵਿੱਚ ਯਿਸੂ ਦੇ ਨਾਮ ਦਾ। ਮਾਂ ਮਰੀਅਮ ਦੀਆਂ ਸਿਫਤਾਂ ਦੀਆਂ ਲੱਖਾਂ ਨੇ ਕਹਾਣੀਆਂ ਇਹ ਜਗ ਜਾਣਦਾ। ਆਪਣੀ ਆਸਾਂ ਵਾਲੇ ਦੀਵੇ ਬਾਲ ਕੇ ਜਿਹੜਾ ਕੋਈ ਆਉਂਦਾ ਉਹ ਮੁਰਾਦਾਂ ਪਾਵਦਾ। ਜਿਹੜਾ ਕੋਈ ਆਉਂਦਾ ਉਹ ਮੁਰਾਦਾਂ ਪਾਵਦਾ। ਜਿਹੜਾ ਕੋਈ ਆਉਂਦਾ ਉਹ ਮੁਰਾਦਾਂ